जी आਇਆਂ ਨੂੰ ਪਿਆਰੇ ਵਿਦਿਆਰਥੀਓ। ਪੰਜਾਬ ਸਟੇਟ ਬੋਰਡ ਦੀ 7ਵੀਂ ਜਮਾਤ ਦੀ ਅੰਗਰੇਜ਼ੀ ਦੀ ਕਿਤਾਬ ਮਾਈ ਇੰਗਲਿਸ਼ ਕੰਪੇਨੀਅਨ ਦੀ ਜੋ ਪਹਿਲਾ ਸਬਕ ਹੈ, ਪਹਿਲਾ ਲੈਸਨ ਹੈ ਰੈਂਟ ਫॉर ਵਾਟਰ, ਉਹਦੀ ਐਕਟੀਵਿਟੀ ਨੰਬਰ 4 ਕਰੀਏ। ਐਕਟੀਵਿਟੀ 4 ਕਰਨ ਤੋਂ ਪਹਿਲੇ ਥੋੜੀ ਜਿਹੀ ਇੱਕ ਵਾਰ ਅਸੀਂ ਚੇਤੇ ਕਰ ਲਈਏ ਗ੍ਰਾਮਰ ਜਾਂ ਵਿਆਕਰਣ। ਗ੍ਰਾਮਰ ਵਿੱਚ ਇੱਕ ਸ਼ਬਦ ਹੁੰਦਾ ਪ੍ਰੋਨਾਊਨ, ਜਿਹਨੂੰ ਪੰਜਾਬੀ 'ਚ ਕਹਿੰਦੇ ਆ ਪੜਨਾਮ। ਇਹ ਕੀ ਹੁੰਦਾ ਹੈ? A word used in place of one or more nouns is known as pronoun। ਅਰਥਾਤ ਇੱਕ ਜਾਂ ਇੱਕ ਤੋਂ ਵੱਧ ਨਾਵਾਂ ਦੀ ਥਾਂ ਵਰਤਿਆ ਜਾਣ ਵਾਲਾ ਸ਼ਬਦ ਪੜਨਾਮ ਅਖਵਾਉਂਦਾ ਹੈ। ਇਹ ਬੱਚਿਓ, ਇਹ ਤਾਂ ਮੈਂ ਇਹਦੀ ਗੱਲ ਕਰ ਰਿਹਾ ਕਿਉਂਕਿ ਇਹ ਜਿਹੜੀ ਐਕਟੀਵਿਟੀ ਦੇ ਸਵਾਲ ਨੇ ਐਕਟੀਵਿਟੀ 4 ਦੇ 5 ਸਵਾਲ ਨੇ, ਇਹ ਸਾਰੇ ਪ੍ਰੋਨਾਊਨ ਦੇ ਨਾਲ ਹੀ ਜੁੜੇ ਹੋਏ ਨੇ। ਤੇ ਜੇ ਤੁਸੀਂ ਇਸ ਗੱਲ ਦਾ ਥੋੜਾ ਇੱਕ ਵਾਰ ਮੁੜ ਕੇ ਇਹਨੂੰ ਚੇਤੇ ਕਰ ਲੋਗੇ ਤੇ ਉਹ ਸਵਾਲਾਂ ਨੂੰ ਸਮਝਣਾ ਤੇ ਕਰਨਾ ਸੌਖਾ ਹੋ ਜਾਏਗਾ। ਸੋ ਦੇਖੀਏ ਪੜਨਾਮ ਮੁੱਖ ਤੌਰ ਤੇ ਕਿਹੜੇ ਕਿਹੜੇ ਹੁੰਦੇ ਨੇ। ਮੁੱਖ ਤੌਰ ਤੇ ਪੜਨਾਮ ਮੈਂ ਸੰਖੇਪ ਵਿੱਚ ਦੱਸ ਰਿਹਾ ਕਿਉਂਕਿ ਪੜਨਾਵਾਂ ਦੀ ਸੂਚੀ ਬਹੁਤ ਲੰਬੀ ਹੈਗੀ ਹੈ, ਅਸੀਂ ਉਹ ਸਾਰੀ ਚਰਚਾ ਨਹੀਂ ਕਰ ਰਹੇ ਕਿਉਂਕਿ ਉਹ ਫਿਰ ਵਿਸ਼ਾ ਵੱਖਰਾ ਵਿਆਕਰਣ ਦਾ ਗ੍ਰਾਮਰ ਦਾ ਬਣ ਜਾਂਦਾ ਹੈ। ਸੋ ਮੋਟੇ ਤੌਰ ਤੇ ਹੈਗੇ ਨੇ ਫਸਟ ਪਰਸਨ, ਅਸੀਂ ਕਹਿੰਦੇ ਆ ਜਿਹਨੂੰ ਕਹਿੰਦੇ ਉੱਤਮ ਪੁਰਖ। ਦੂਜਾ ਪੜਨਾਮ ਹੁੰਦਾ ਹੈ ਪ੍ਰੋਨਾਊਨ ਹੁੰਦਾ ਸੈਕਿੰਡ ਪਰਸਨ, ਜਿਹਨੂੰ ਕਹਿੰਦੇ ਮੱਧਮ ਪੁਰਖ। ਤੀਜਾ ਹੁੰਦਾ ਥਰਡ ਪਰਸਨ, ਜਿਹਨੂੰ ਕਹਿੰਦੇ ਆ ਅਨਪੁਰਖ। ਸੋ ਫਸਟ ਪਰਸਨ ਵਿੱਚ ਹੁੰਦਾ ਆਈ, ਮੀ, ਇੱਕ ਵਚਨ ਵਾਸਤੇ। ਤੇ ਜਿਹੜੇ ਬਹੁਵਚਨ ਆ ਜਾਏ, ਆਈ ਦਾ ਬਣ ਜਾਂਦਾ ਵੀ ਤੇ ਮੀ ਦਾ ਬਣ ਜਾਂਦਾ ਅਸ। ਤੇ ਪੰਜਾਬੀ 'ਚ ਅਸੀਂ ਕਹਿੰਦੇ ਆ ਆਈ ਨੂੰ ਕਹਿੰਦੇ ਆ ਮੈਂ ਤੇ ਮੀ ਨੂੰ ਕਹਿੰਦੇ ਆ ਮੈਨੂੰ। ਇਸੇ ਤਰ੍ਹਾਂ ਬਹੁਵਚਨ ਹੋ ਜਾਏ ਤੇ ਵੀ ਨੂੰ ਕਹਿ ਦਿੰਦੇ ਆ ਅਸੀਂ ਤੇ ਅਸ ਨੂੰ ਕਹਿੰਦੇ ਆ ਸਾਨੂੰ। ਸੈਕਿੰਡ ਪੁਰਖ ਵਿੱਚ ਜਿਹੜਾ ਮੱਧਮ ਪੁਰਖ ਹੈ ਉਹਦੇ ਲਈ ਇੱਕੋ ਹੀ ਸ਼ਬਦ ਹੈ ਯੂ, ਚਾਹੇ ਇੱਕ ਵਚਨ ਹੋਵੇ ਚਾਹੇ ਬਹੁਵਚਨ ਹੋਵੇ। ਤੇ ਹੁਣ ਪੰਜਾਬੀ 'ਚ ਅਸੀਂ ਦੇਖੋ ਇੱਕ ਵਚਨ ਲਈ ਕਹਿੰਦੇ ਤੂੰ ਜਾਂ ਤੈਨੂੰ, ਛੋਟੇ ਬੱਚੇ ਲਈ ਵੀ ਅਸੀਂ ਵਰਤਦੇ ਹਾਂ ਤੇ ਇੱਕ ਵਚਨ ਲਈ ਵਰਤਦੇ ਹਾਂ। ਤੇ ਬਹੁਵਚਨ ਲਈ ਵਰਤਦੇ ਹਾਂ ਤੁਸੀਂ ਜਾਂ ਤੁਹਾਨੂੰ। ਇੱਕ ਵਚਨ ਵਾਸਤੇ ਆਪਣੇ ਤੋਂ ਵੱਡੇ ਨੂੰ ਸਤਿਕਾਰ ਦੇਣ ਲਈ ਵੀ ਅਸੀਂ ਤੁਸੀਂ ਤੇ ਤੁਹਾਨੂੰ ਵਰਤਦੇ ਹਾਂ, ਤੇ ਬਹੁਵਚਨ ਲਈ ਵੀ ਤੁਸੀਂ ਤੇ ਤੁਹਾਨੂੰ ਵਰਤਦੇ ਹਾਂ। ਪਰ ਜਿੱਦਾਂ ਹੁਣ ਪੰਜਾਬੀ ਵਿੱਚ 4 ਸ਼ਬਦ ਨੇ ਤੂੰ, ਤੈਨੂੰ, ਤੁਸੀਂ, ਤੁਹਾਨੂੰ, ਇਹਨਾਂ ਦੇ ਬਦਲੇ ਅੰਗਰੇਜ਼ੀ ਵਿੱਚ ਇੱਕੋ ਹੀ ਸ਼ਬਦ ਹੈ ਯੂ, ਚਾਹੇ ਇੱਕ ਵਚਨ ਹੈ ਚਾਹੇ ਬਹੁਵਚਨ ਹੈ। ਹੁਣ ਆ ਗਿਆ ਥਰਡ ਪਰਸਨ। ਥਰਡ ਪਰਸਨ ਨੂੰ ਕਹਿੰਦੇ ਅਨਪੁਰਖ। ਉਹਦੇ ਵਿੱਚ ਜੇ ਪੁਲਿੰਗ ਹੈਗਾ, ਮੁੰਡਾ ਹੈ, ਆਦਮੀ ਹੈ, ਫਿਰ ਅਸੀਂ ਵਰਤਦੇ ਹਾਂ ਹੀ ਜਾਂ ਹਿਮ। ਤੇ ਜੇ ਇਸਤਰੀ ਲਿੰਗ ਹੈ ਫਿਰ ਅਸੀਂ ਵਰਤਦੇ ਹਾਂ ਸ਼ੀ ਤੇ ਨਾਲ ਹਰ। ਤੇ ਜੇ ਇਸਤਰੀ ਲਿੰਗ ਔਰ ਪੁਲਿੰਗ ਦੀ ਕੋਈ ਵਿਚਾਰ ਨਹੀਂ ਹੈਗੀ, ਕੋਈ ਬੇਜਾਨ ਵਸਤੂ ਹੈਗੀ ਹੈ ਪਰ ਨਾਮ ਹੈਗੀ ਹੈ, ਪਹਾੜ ਹੋ ਗਿਆ, ਸੜਕ ਹੋ ਗਈ, ਪੇੜ ਹੋ ਗਿਆ, ਟੇਬਲ ਹੋ ਗਿਆ, ਕੁਰਸੀ ਹੋ ਗਈ, ਫਿਰ ਅਸੀਂ ਵਰਤਦੇ ਹਾਂ ਇਟ। ਤੇ ਜੇ ਬਹੁਵਚਨ ਆ ਜਾਏ ਫਿਰ ਅਸੀਂ ਵਰਤਦੇ ਹਾਂ ਦੇ ਅਤੇ them। ਠੀਕ ਹੈ, ਪੰਜਾਬੀ 'ਚ ਅਸੀਂ ਕਹਿ ਦਿੰਦੇ ਹਾਂ ਉਹ, ਉਹਨੂੰ ਜਾਂ ਫਿਰ ਉਹਨਾਂ ਨੂੰ। ਠੀਕ ਹੈ, ਇਹ ਮੈਂ ਤਾਂ ਦੱਸ ਰਿਹਾ ਕਿਉਂਕਿ ਇਹ ਸਾਰਿਆਂ ਦੀ ਜਿਹੜੀ ਵਿਚਾਰ ਹੈ, ਅਗਰ ਤੁਸੀਂ ਇਸ ਗੱਲ ਨੂੰ ਥੋੜਾ ਜਿਹਾ ਚੇਤੇ ਕਰ ਲਓ, ਹੁਣ ਇਹਨੂੰ ਨੋਟ ਕਰ ਲਓ ਆਪਣੀ ਨੋਟਬੁੱਕ ਤੇ, ਸਾਰਾ ਨੋਟ ਕਰ ਲਓ ਤੇ ਫਿਰ ਜਦੋਂ ਅਸੀਂ ਸਵਾਲ ਕਰਾਂਗੇ ਤੇ ਉਹਦੇ ਵਿੱਚ ਇਹ ਚੀਜ਼ ਸਮਝਣੀ ਜਿਹੜੀ ਹੈ ਤੁਹਾਨੂੰ ਬੜੀ ਆਸਾਨ ਹੋ ਜਾਏਗੀ। ਆਓ ਹੁਣ ਸਵਾਲ ਕਰੀਏ। ਰੀਡ ਐਂਡ ਆਨਸਰ ਦੀ ਕੁਐਸਚਨਸ ਦੈਟ ਫੋਲੋ। ਹੇਠ ਲਿਖੇ ਕੁਐਸਚਨਸ, ਹੇਠ ਲਿਖੇ ਸਵਾਲਾਂ ਨੂੰ ਪੜ੍ਹੋ ਅਤੇ ਜਵਾਬ ਦਿਓ। ਸੋ ਪਹਿਲਾ ਸਵਾਲ ਕੀ ਹੈ? ਪਹਿਲੇ ਸਵਾਲਾਂ ਵਿੱਚ ਉਹਨਾਂ ਨੇ ਕਥਨ ਦਿੱਤਾ ਹੈ, ਇੱਕ ਸਟੇਟਮੈਂਟ ਦਿੱਤੀ ਹੈ, ਉਹ ਸੈਂਟੈਂਸ ਸਬਕ ਵਿੱਚੋਂ ਲਏ ਗਏ ਨੇ ਤੇ ਫਿਰ ਨਾਲ ਹੀ ਉਹਨਾਂ ਨੇ ਸਵਾਲ ਪੁੱਟ ਕੀਤਾ ਹੈ ਤੇ ਸਵਾਲ ਦਾ ਜਵਾਬ ਦੇਣਾ ਸੰਖੇਪ ਦੇ ਵਿੱਚ, ਇੱਕੋ ਲਾਈਨ 'ਚ ਸਵਾਲ ਜਵਾਬ ਹੈਗਾ। ਕਥਨ ਹੈਗਾ ਦੀ ਫਾਰਮਰ ਬੌਟ ਦੀ ਵੈਲ ਸੋ ਦੈਟ ਹੀ ਕੁਡ ਵਾਟਰ ਹਿਜ਼ ਫੀਲਡਸ। ਦੀ ਫਾਰਮਰ ਕਿਸਾਨ ਨੇ, ਬੌਟ ਮੈਨੇ ਖਰੀਦਿਆ, ਦੀ ਵੈਲ ਖੂਹ, ਸੋ ਦੈਟ ਉਹਨੇ ਤਾਂ ਕਿ, ਹੀ ਕੁਡ ਦੇ ਸਕੇ ਕਿ, ਵਾਟਰ ਹਿਜ਼ ਫੀਲਡਸ ਤਾਂ ਕਿ ਉਹ ਆਪਣੇ ਖੇਤਾਂ ਨੂੰ ਪਾਣੀ ਦੇ ਸਕੇ। ਹੁਣ ਇਹ ਸੈਂਟੈਂਸ ਹੈਗਾ। ਫਿਰ ਅੱਛਾ ਇਹਨਾਂ ਨੂੰ ਸਵਾਲ ਪਾਇਆ ਕਿ ਹੂ ਇਜ਼ ਹੀ ਇਨ ਦੀ ਸੈਂਟੈਂਸ। ਇਹ ਜਿਹੜਾ ਹੀ ਹੈਗਾ ਇਹ ਕੌਣ ਹੈਗਾ? ਤੇ ਗੱਲ ਸਪਸ਼ਟ ਹੈਗੀ ਹੈ, ਫਾਰਮਰ ਹੈਗਾ। ਹੁਣ ਹੀ ਹੈਗਾ ਪ੍ਰੋਨਾਊਨ, ਹੀ ਹੈਗਾ ਪੜਨਾਮ ਤੇ ਫਾਰਮਰ ਹੈਗਾ ਨਾਮ। ਅਰਥਾਤ ਨਾਊਨ ਦੀ ਫਾਰਮਰ ਦੀ ਥਾਂ ਪ੍ਰੋਨਾਊਨ ਵਰਤਿਆ ਗਿਆ। ਸੋ ਜਵਾਬ ਆ ਗਿਆ ਹੀ ਇਜ਼। ਹੀ ਇੱਥੇ ਲਿਖਣਾ ਇਜ਼ ਦੀ ਫਾਰਮਰ ਇਨ ਦੀ ਸੈਂਟੈਂਸ। ਅਰਥਾਤ ਜੋ ਸ਼ਬਦ ਹੀ ਆਇਆ ਹੈ, ਜਿਹਨੂੰ ਅਸੀਂ ਪੰਜਾਬੀ 'ਚ ਕਹਾਂਗੇ ਉਹ ਕਿਸਾਨ ਹੈ। ਜਿਵੇਂ ਮੈਂ ਪੰਜਾਬੀ 'ਚ ਕਹਾਂ ਕਿਸਾਨ ਨੇ ਖੂਹ ਖਰੀਦਿਆ ਤਾਂ ਕਿ ਉਹ
ਆਪਣੇ ਖੇਤਾਂ ਨੂੰ ਪਾਣੀ ਦੇ ਸਕੇ। ਉਹਨੇ ਪੁੱਛਿਆ ਤੁਹਾਨੂੰ ਜਿਸ ਬਾਗ ਵਿੱਚ ਉਹ ਕੌਣ ਹੈ, ਤੇ ਤੁਸੀਂ ਕਹੋਗੇ ਜੀ ਉਹ ਕਿਸਾਨ ਹੀ ਹੈਗਾ। ਸੋ ਇਸ ਕਰਕੇ ਇਹ ਉਹਨਾਂ ਨੇ ਪੁੱਛਿਆ ਵੀ ਤਾਂ ਕਿ ਤੁਹਾਨੂੰ ਸਪਸ਼ਟ ਹੋ ਜਾਏ, ਵੀ ਤੁਹਾਨੂੰ ਪਤਾ ਲੱਗੇ ਕਿ ਤੁਹਾਨੂੰ ਵਾਕ ਸੈਂਟੈਂਸ ਸਮਝ ਆਇਆ ਹੈ ਜਾਂ ਨਹੀਂ। ਹੁਣ ਅਗਲੇ ਸਵਾਲ ਵੱਲ ਵਧੀਏ। ਦੂਜਾ ਸਵਾਲ ਦਾ ਕਥਨ ਹੈ ਆਈ ਹੈਵ ਸੋਲਡ। ਹੁਣ ਹੈਵ ਜਿੱਥੇ ਆ ਜਾਏਗਾ ਤੇ ਥਰਡ ਫਾਰਮ ਆਏਗੀ, ਥਰਡ ਫਾਰਮ ਸੈਲ ਸੋਲਡ। ਜਿੱਥੇ ਹੈਵ ਆਏਗਾ ਹੈਵ ਦੇ ਨਾਲ ਥਰਡ ਫਾਰਮ ਆਏਗੀ। ਆਈ ਹੈਵ ਸੋਲਡ ਯੂ ਦੀ ਵੈਲ। ਮੈਂ ਤੈਨੂੰ ਖੂਹ ਵੇਚਿਆ ਹੈ। ਨੋਟ ਦੀ ਵਾਟਰ ਪਾਣੀ ਨਹੀਂ। ਸੋ ਇਸ ਕਰਕੇ ਯੂ ਤੂੰ ਕੈਨੋਟ ਨਹੀਂ ਡਰਾ ਦੀ ਵਾਟਰ ਕੱਢ ਸਕਦਾ ਪਾਣੀ ਫਰੋਮ ਇਟ ਇਹਦੇ ਵਿੱਚੋਂ। ਹੁਣ ਜੇ ਮੈਂ ਤੁਹਾਨੂੰ ਪੁੱਛਾਂ ਇਹਦੇ ਵਿੱਚੋਂ ਕੀ ਹੈ, ਤੇ ਤੁਸੀਂ ਕਹੋਗੇ ਇਹਦੇ ਵਿੱਚੋਂ ਤੇ ਖੂਹ ਹੈ। ਸੋ ਇਹੀ ਸਵਾਲ ਇਹਨਾਂ ਨੇ ਕਰ ਲਿਆ। ਕਹਿੰਦੇ ਵਟ ਡਜ਼ ਇਟ ਮੀਨ ਇਨ ਦੀ ਸੈਂਟੈਂਸ। ਹੁਣ ਬੱਚਿਓ ਦੇਖੋ ਵੈਲ ਹੈਗਾ ਨਾਊਨ ਤੇ ਇਟ ਹੈਗਾ ਪ੍ਰਨਾਊਨ, ਤੇ ਇਟ ਕਿਹਦੇ ਵੱਲ ਇਸ਼ਾਰਾ ਕਰ ਰਿਹਾ ਹੈ, ਇਟ ਵੈਲ ਵੱਲ ਇਸ਼ਾਰਾ ਕਰ ਰਿਹਾ ਹੈ। ਅਰਥਾਤ ਇਟ ਉਹ ਪ੍ਰਨਾਊਨ ਹੈ, ਉਹ ਸ਼ਬਦ ਹੈ ਜੋ ਨਾਊਨ ਵੈਲ ਦੀ ਥਾਂ ਵਰਤਿਆ ਗਿਆ। ਜੋ ਅਸੀਂ ਪਰਿਭਾਸ਼ਾ ਪੜ੍ਹੀ ਹੈ ਕਿ ਪ੍ਰਨਾਊਨ ਕੀ ਹੁੰਦਾ ਹੈ, ਪ੍ਰਨਾਊਨ ਇਜ਼ ਅ ਵਰਡ that is used in the place of noun or nouns। ਇੱਥੇ it has been used in place of well, ਅਰਥਾਤ well ਦੀ ਥਾਂ it ਵਰਤਿਆ ਗਿਆ ਹੈ ਤੇ it ਪ੍ਰਨਾਮ ਹੈਗਾ। ਸੋ it means the well in the sentence। ਆਓ ਹੁਣ ਤੀਜੇ ਸਵਾਲ ਵੱਲ ਅੱਗੇ ਵਧੀਏ। ਤੀਜਾ ਸਵਾਲ ਦਾ ਕੀ ਹੈਗਾ, they went to the court of King Krishna Dev Rai। ਦੇ ਮੈਨੇ ਉਹ, went ਮੈਨੇ ਗਏ, ਸੈਕਿੰਡ ਫਾਰਮ ਭੂਤਕਾਲ। ਕਿੱਥੇ, ਟੂ ਦੀ ਕੋਰਟ ਆਫ ਰਾਜਾ ਕ੍ਰਿਸ਼ਨ ਦੇਵ ਰਾਏ ਦੇ ਦਰਬਾਰ ਵੱਲ ਗਏ। ਉਹ ਗਏ, ਹੁਣ ਉਹ ਕੌਣ ਨੇ, ਜੇ ਹੁਣ ਕਹਾਣੀ ਪੜ੍ਹੀ ਹੋਏਗੀ ਪੂਰੀ ਸਬਕ ਪੜ੍ਹੇਗਾ ਸਾਨੂੰ ਪਤਾ ਲੱਗ ਜਾਏਗਾ। ਉਹ ਕਹਿਣਗੇ ਹੂ ਆਰ ਦੇ ਇਨ ਦੀ ਸੈਂਟੈਂਸ। ਤੁਸੀਂ ਯਾਦ ਕਰੋ ਸੂਚੀ ਜੇ ਤੁਸੀਂ ਨੋਟ ਕੀਤੀ ਹੈ ਤੇ ਅਨਪੁਰਖ ਦੀ ਗੱਲ ਹੈ। ਅਨਪੁਰਖ ਵਿੱਚ ਅਸੀਂ ਕੀ ਕਿਹਾ ਹੈ, ਬਹੁਵਚਨ ਵਾਸਤੇ ਕੀ ਯੂਜ਼ ਹੁੰਦਾ, ਦੇ ਤੇ them। ਬਹੁਵਚਨ ਵਾਸਤੇ ਅਨਪੁਰਖ ਵਿੱਚ ਥਰਡ ਪਰਸਨ ਵਿੱਚ ਸਿੰਗੂਲਰ ਲਈ ਇੱਕ ਵਚਨ ਲਈ ਯੂਜ਼ ਹੁੰਦਾ ਹੀ ਸ਼ੀ ਹਰ ਇਟ ਤੇ ਹਿਮ, ਤੇ ਬਹੁਵਚਨ ਵਾਸਤੇ ਯੂਜ਼ ਹੁੰਦਾ ਦੇ ਤੇ them। ਤੇ ਦੋ ਜਣੇ ਗਏ ਸੀਗੇ, ਕਿਸਾਨ ਗਿਆ ਸੀਗਾ ਤੇ ਉਹਦਾ ਗੁਆਂਢੀ ਗਿਆ ਸੀ ਜਿਹਨੇ ਖੂਹ ਵੇਚਿਆ ਸੀਗਾ। ਸੋ ਇਹਦਾ ਮਤਲਬ ਕੀ ਹੈ ਕਿ ਦੇ ਹੋ ਗਿਆ ਪ੍ਰਨਾਊਨ ਤੇ ਦੀ ਫਾਰਮਰ ਐਂਡ ਹਿਜ਼ ਨੇਬਰ ਹੋ ਗਏ ਦੋ ਨਾਊਨਸ। ਉਹਨੇ ਕਿਹਾ ਨਾ ਪ੍ਰਨਾਊਨ ਇਜ਼ ਯੂਜ਼ਡ ਇਨ ਪਲੇਸ ਆਫ ਵਨ ਔਰ ਮੋਰ ਨਾਊਨਸ। ਇੱਕ ਜਾਂ ਇੱਕ ਤੋਂ ਵੱਧ ਨਾਵਾਂ ਦੀ ਥਾਂ ਜਿਹੜਾ ਸ਼ਬਦ ਵਰਤਿਆ ਜਾਂਦਾ ਹੈ ਉਹਨੂੰ ਕਿਹਾ ਜਾਂਦਾ ਹੈ ਪੜਨਾਮ। ਸੋ ਦੇ ਦਾ ਮਤਲਬ ਹੈ ਦੀ ਫਾਰਮਰ ਐਂਡ ਹਿਜ਼ ਨੇਬਰ ਇਨ ਦੀ ਸੈਂਟੈਂਸ। ਆਓ ਹੁਣ ਵਧੀਏ ਚੌਥੇ ਸਵਾਲ ਵੱਲ। He was listening to the complaints of the people of his kingdom। He was ਉਹ was listening ਮੈਨੇ ਸੁਣ ਰਿਹਾ ਸੀ। ਜਿੱਥੇ ing ਆ ਜਾਏ ਰਿਹਾ ਰਹੀ ਰਹੇ ਤੇ was ਦਾ ਮਤਲਬ ਸੀ। ਉਹ ਸੁਣ ਰਿਹਾ ਸੀ ਕਿਹਨੂੰ, ਟੂ ਦੀ ਕੰਪਲੇਂਟਸ। ਕੰਪਲੇਂਟ ਹੁੰਦੀ ਸ਼ਿਕਾਇਤਾਂ ਕਿਹਦੀਆਂ, ਆਫ ਦੀ ਪੀਪਲ ਲੋਕਾਂ ਦੀਆਂ। ਕਿਹੜੇ ਲੋਕ, ਆਫ ਹਿਸ ਕਿੰਗਡਮ ਉਹਦੇ ਰਾਜ ਦੇ ਲੋਕਾਂ ਦੀਆਂ। ਉਹ ਆਪਣੇ ਰਾਜ ਦੇ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਸੁਣ ਰਿਹਾ ਸੀ। ਹੁਣ ਕਹਿੰਦੇ ਹੂ ਇਜ਼ ਹੀ ਇਨ ਦੀ ਸੈਂਟੈਂਸ। ਹੁਣ ਜੇ ਮੈਂ ਕਹਾਂ ਉਹ ਮਤਲਬ ਰਾਜਾ ਹੀ ਸੁਣ ਰਿਹਾ, ਜੇ ਕਹਾਣੀ ਪੜ੍ਹਦੇ ਪਤਾ ਲੱਗਦਾ ਰਾਜਾ ਬੈਠਾ ਸੀ, ਹੀ ਵਾਜ਼ ਸਿਟਿੰਗ ਇਨ ਹਿਸ ਕੋਰਟ। ਸੋ ਹੀ ਦਾ ਮਤਲਬ ਕੌਣ ਆ ਗਿਆ, ਜੇ ਕਹਾਣੀ ਪੜ੍ਹੀਏ ਤਾਂ ਪਤਾ ਲੱਗਾ ਹੀ ਇਜ਼ ਅ ਪ੍ਰੋਨਾਊਨ used in place of the king। So he is the king Krishna Dev Rai in the sentence। अर्थात जो ही है वो राजा कृष्ण देव राय ਵੱਲ ਇਸ਼ਾਰਾ ਹੈ। ਹੀ ਪੜਨਾਮ ਹੈ ਤੇ ਕ੍ਰਿਸ਼ਨ ਦੇਵ ਰਾਏ ਨਾਮ ਹੈ, ਉਹਦੇ ਥਾਂ ਇਹ ਪੜਨਾਮ ਵਰਤਿਆ ਗਿਆ ਹੈ। ਇਸ ਕਰਕੇ he is the king Krishna Dev Rai in the sentence। ਆਓ ਹੁਣ ਆਖਰੀ ਸਵਾਲ ਵੱਲ, ਇਸ ਐਕਟੀਵਿਟੀ ਦੀ ਜੋ ਆਖਰੀ ਸਵਾਲ ਹੈ ਉਹਦੇ ਵੱਲ ਵਧੀਏ। ਆਈ ਬੌਟ ਮੈਂ ਖਰੀਦਿਆ। ਬਾਏ ਦਾ ਮਤਲਬ ਹੈ BUY, ਬਾਏ ਮੈਨੇ ਖਰੀਦਣਾ, ਬੌਟ ਮੈਨੇ ਖਰੀਦਿਆ। ਆਈ ਬੌਟ ਆ ਵੈਲ ਫਰੋਮ ਹਿਮ, ਹਿਮ ਮੈਨੇ ਉਹਦੇ ਕੋਲੋਂ, ਖਰੀਦਿਆ ਖੂਹ।
ਟੂ ਵਾਟਰ ਮਾਈ ਫੀਲਡਸ, ਆਪਣੇ ਖੇਤਾਂ ਨੂੰ ਪਾਣੀ ਦੇਣ ਲਈ ਮੈਂ ਉਹਦੇ ਕੋਲੋਂ ਇੱਕ ਖੂਹ ਖਰੀਦਿਆ ਆਪਣੇ ਖੇਤਾਂ ਨੂੰ ਪਾਣੀ ਦੇਣ ਲਈ। ਹੁਣ ਉਹ ਕਹਿੰਦੇ ਹੂ ਇਜ਼ ਹਿਮ। ਹੁਣ ਚੇਤੇ ਕਰੋ ਥਰਡ ਪਰਸਨ ਵਿੱਚ ਜਿਹੜਾ ਅਸੀਂ ਪ੍ਰਨਾਉਨ ਦੀ ਲਿਸਟ ਬਣਾਈ ਸੀ ਉਹ 'ਚ ਕਿਹਾ ਸੀ ਹੀ ਤੇ ਹਿਮ, ਉਹਦੇ ਕੋਲੋਂ ਹਿਮ। ਹੁਣ ਹਿਮ ਕੌਣ ਹੈ? ਖਰੀਦਿਆ ਕਿਹਨੇ ਸੀਗਾ? ਫਾਰਮਰ ਨੇ ਖਰੀਦਿਆ ਸੀਗਾ। ਕਿਹਦੇ ਕੋਲੋਂ ਖਰੀਦਿਆ ਸੀ? ਆਪਣੇ ਗੁਆਂਢੀ ਕੋਲੋਂ ਖਰੀਦਿਆ ਸੀਗਾ। ਸੋ ਹਿਮ ਹੈਗਾ ਪ੍ਰਨਾਉਨ ਜਿਹੜਾ ਵਰਤਿਆ ਗਿਆ ਕਿਹਦੇ ਵਾਸਤੇ? ਹਿਜ਼ ਨੇਬਰ, ਫਾਰਮਰਸ ਨੇਬਰ, ਕਿਸਾਨ ਦਾ ਜਿਹੜਾ ਗੁਆਂਢੀ ਸੀ ਉਹ ਹੈਗਾ ਹਿਮ। ਸੋ ਇੱਥੇ ਜਵਾਬ ਆ ਗਿਆ ਹਿਮ ਇਜ਼ ਦੀ ਫਾਰਮਰਸ ਨੇਬਰ। ਹੁਣ ਇਹ ਅਪੋਸਟ੍ਰੋਫੀ ਤੇ ਪਾਈਏ, ਇਹਦਾ ਮਤਲਬ ਹੈ ਫਾਰਮਰ ਦਾ। ਜੇ ਮੈਂ ਇਹ ਕੌਮਾ ਹਟਾ ਦੇਵਾਂ ਤੇ ਐਸ ਹਟਾ ਦੇਵਾਂ ਤੇ ਇਹਦਾ ਮਤਲਬ ਹੋ ਗਿਆ ਆਫ ਫਾਰਮਰ, ਨੇਬਰ ਆਫ ਫਾਰਮਰ, ਨੇਬਰ ਆਫ ਦੀ ਫਾਰਮਰ। ਤੇ ਇਹ ਲਿਖਣ ਦੀ ਬਜਾਏ ਇਹ ਜ਼ਿਆਦਾ ਵਧੀਆ ਲੱਗਦਾ ਹੈ ਦੀ ਫਾਰਮਰਸ ਨੇਬਰ। ਸੋ ਇਹ ਹੋ ਗਿਆ ਹਿਮ ਇਜ਼ ਦੀ ਫਾਰਮਰਸ ਨੇਬਰ ਇਨ ਦੀ ਸੈਂਟੈਂਸ। ਇਹ ਸੈਂਟੈਂਸ ਵਿੱਚ ਜੋ ਹਿਮ ਹੈਗਾ ਉਹ ਕੌਣ ਹੈਗਾ? ਉਹ ਫਾਰਮਰਸ ਨੇਬਰ ਹੈਗਾ, ਉਹ ਕਿਸਾਨ ਦਾ ਗੁਆਂਢੀ ਹੈਗਾ। ਸੋ ਪਿਆਰੇ ਵਿਦਿਆਰਥੀਓ, ਇਸ ਵੀਡੀਓ ਦੇ ਨਾਲ ਐਕਟੀਵਿਟੀ 4 ਦੀਆਂ ਸਾਰੇ ਸਵਾਲ 5 ਸਵਾਲ ਨੇ ਉਹ ਇੱਥੇ ਸਮਾਪਤ ਹੁੰਦੇ ਹਨ। ਤੇ ਮੈਂ ਆਸ ਕਰਦਾ ਇਸ ਵੀਡੀਓ ਰਾਹੀਂ ਤੁਸੀਂ ਇਸ ਐਕਟੀਵਿਟੀ 4 ਦੇ ਸਾਰੇ ਸਵਾਲਾਂ ਦੇ ਜਵਾਬਾਂ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ। ਤੁਸੀਂ ਕਿਰਪਾ ਕਰਕੇ ਸਾਰੇ ਜਵਾਬ ਆਪਣੀ ਨੋਟਬੁੱਕ ਵਿੱਚ ਨੋਟ ਕਰ ਲੈਣੇ ਤੇ ਇਹਨਾਂ ਨੂੰ ਬਾਰ-ਬਾਰ ਕੰਠ ਕਰ ਲੈਣਾ, ਇਹਨਾਂ ਨੂੰ ਰਿਵਾਈਜ਼ ਕਰ ਲੈਣਾ। ਅਗਲੀ ਐਕਟੀਵਿਟੀਜ਼ ਦੇ ਜਿਹੜੇ ਸਵਾਲ ਹੈਗੇ ਨੇ ਉਹ ਅਗਲੇ ਵੀਡੀਓਜ਼ ਵਿੱਚ ਤੁਹਾਡੇ ਲਈ ਛੇਤੀ ਹੀ ਲੈ ਕੇ ਆਵਾਂਗੇ। ਤੁਸੀਂ ਇਹਨਾਂ ਵੀਡੀਓਜ਼ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਇਸ ਵੀਡੀਓ ਵਿੱਚ ਉਹਨਾਂ ਨੂੰ ਦੱਸੋ ਜਿਹੜੇ ਤੁਹਾਡੇ ਕੋਈ ਵੱਡੇ ਭੈਣ ਭਰਾ ਜਾਂ ਵੱਡੇ ਕੋਈ ਜਾਣਕਾਰ ਹੈਗੇ ਨੇ ਕਿ 8ਵੀਂ 9ਵੀਂ 10ਵੀਂ ਦੇ ਮੈਥ ਦੇ ਸਾਰੇ ਸਵਾਲ ਹੱਲ ਕੀਤੇ ਹੋਏ ਇਸ ਚੈਨਲ ਤੇ ਹੈਗੇ ਨੇ ਤੇ ਗਣਿਤ ਦੇ ਹੋਰ ਬਹੁਤ ਸਾਰੇ ਸਿਧਾਂਤ ਵੀ ਹੈਗੇ ਨੇ ਤੇ ਬੁਝਾਰਤਾਂ ਵੀ ਹਨ। ਸੋ ਇਸ ਕਰਕੇ ਤੁਸੀਂ ਸਾਰੇ ਰਲ ਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓਜ਼ ਨੂੰ ਲਾਈਕ ਅਤੇ ਸ਼ੇਅਰ ਵੀ ਕਰੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰੱਖਾ। ਥੈਂਕ ਯੂ ਵੈਰੀ ਮਚ। ਗੋਡ ਬਲੈਸ ਯੂ ਆਲ।